ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਸਾਨੀ ਸੰਘਰਸ਼ ਨੇ ਇਤਿਹਾਸ ਦੁਹਰਾਇਆ ਅਤੇ ਸਿਰਜਿਆ। ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ ਕਿ ਐ ਮਨੁੱਖ, ਜੇ ਤੂੰ ਕੁਝ ਸਿੱਖਣਾ ਜਾਂ ਤਰੱਕੀ ਕਰਨਾ ਚਾਹੁੰਦਾ ਹੈ ਤਾਂ ਆਪਣੀਆਂ ਪੁਰਾਣੀਆਂ ਰਵਾਇਤਾਂ, ਪਰੰਪਰਾਵਾਂ ਅਤੇ ਸ਼ਾਨਾਮਤੀ ਇਤਿਹਾਸ ਨੂੰ ਦੁਹਰਾ ਲਿਆ ਕਰ, ਕਿਉਂਕਿ ਬਾਬਿਆਂ ਬਜ਼ੁਰਗਾਂ ਦੀਆਂ ਕਥਾ ਕਹਾਣੀਆਂ ਸਾਨੂੰ ਪੁੱਤਰਾਂ ਤੋਂ ਸੁਪੁੱਤਰ ਬਣਾਉਂਦੀਆਂ ਹਨ। ਗੁਰਬਾਣੀ ਵਾਕ ਹੈ, ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੀਨ। ਪਿਛਲੇ ਕੁਝ ਮਹੀਨਿਆਂ ਤੋਂ ਕਿਰਸਾਨੀ ਸੰਘਰਸ਼ ਚੱਲ ਰਿਹਾ ਹੈ, ਜਿਸ ਵਿੱਚ ਬਹੁਤ ਹੀ ਸਹਿਜ, ਸੰਤੋਖ, ਧੀਰਜ, ਵਿਹਾਰ, ਆਪਸੀ ਭਾਈਚਾਰਕ ਪਿਆਰ ਦੀਆਂ ਤੰਦਾਂ ਨੂੰ ਮਜ਼ਬੂਤੀ ਮਿਲੀ ਹੈ। ਉਹ ਕਿਸੇ ਕੋਲੋਂ ਗੁੱਝੀ ਛਿਪੀ ਨਹੀਂ ਹੈ। ਕਿਰਸਾਨੀ ਸੰਘਰਸ਼ ਨੇ 21ਵੀਂ ਸਦੀ ਵਿੱਚ ਆਪਣੀਆਂ ਰਵਾਇਤਾਂ ਨੂੰ ਦੁਹਰਾਇਆ ਹੀ ਨਹੀਂ, ਸਗੋਂ ਸਿੱਖੀ ਸੰਦਰਭ ਵਿੱਚ ਸਿਦਕ, ਸਿਰੜ ਅਤੇ ਕੌਮੀ ਅਣਖ ਦੀਆਂ ਨਵੀਆਂ ਪਿਰਤਾਂ ਕਾਇਮ ਕੀਤੀਆਂ ਹਨ। ਕਿਰਸਾਨੀ ਸੰਘਰਸ਼ ਵਿੱਚ ਸਿੱਖੀ ਦਾ ਅਲੌਕਿਕ ਕਿਰਦਾਰ ਦੇਖਣ ਨੂੰ ਮਿਲਿਆ ਹੈ। ਬਜ਼ੁਰਗ ਅਤੇ ਨੌਜਵਾਨਾਂ ਦਾ ਉਤਸ਼ਾਹ ਅਤੇ ਸੇਵਾ ਭਾਵਨਾ ਦੇਖ ਕੇ ਹਰ ਬਸ਼ਰ ਸਿਜਦਾ ਕਰਨ ਲਈ ਮਜਬੂਰ ਹੋ ਜਾਂਦਾ ਹੈ। ਠੰਡ ਦਾ ਪੂਰਾ ਪ੍ਰਕੋਪ ਹੋਣ ਦੇ ਬਾਵਜੂਦ ਵੀ ਮੋਦੀ ਸਰਕਾਰ ਕੋਲੋਂ ਕਾਲੇ ਕਾਨੂੰਨ ਰੱਦ ਕਰਾਉਣ ਲਈ ਕਿਰਸਾਨਾਂ ਨੇ ਸਿਰ ਧੜ ਦੀ ਬਾਜੀ ਲਾਈ ਹੋਈ ਹੈ। ਕਿਰਸਾਨੀ ਸੰਘਰਸ਼ ਨੇ ਜਿੱਥੇ ਇਤਿਹਾਸ ਦੀਆਂ ਪਰੰਪਰਾਵਾਂ ਨੂੰ ਦੁਹਰਾਇਆ ਹੈ, ਉੱਥੇ ਬਹੁਤ ਕੁਝ ਨਵਾਂ ਸਿਰਜਿਆ ਹੈ। ਕਿਰਸਾਨੀ ਸੰਘਰਸ਼ ਵਿੱਚ ਹਿੱਸਾ ਲੈ ਰਹੇ ਕਿਰਸਾਨਾਂ ਨੇ ਜਾਬਤੇ ਵਿੱਚ ਰਹਿ ਕੇ ਆਪਣੇ ਪੁਰਖਿਆਂ ਦੇ ਕਿਰਦਾਰ ਨੂੰ ਉਜਾਗਰ ਕੀਤਾ ਹੈ। ਕਿਰਸਾਨ ਆਪਣੀ ਧਰਤੀ ਤੇ ਖੇਤੀ ਨੂੰ ਦਿਲੋਂ ਪਿਆਰ ਕਰਦਾ ਹੈ। ਖੇਤੀ ਨੂੰ ਇਸ ਆਸ ਦੇ ਨਾਲ ਬੀਜਦਾ ਹੈ ਕਿ ਜਿੱਥੇ ਮੇਰਾ ਪੁੱਤ ਧੀ ਢਿੱਡ ਭਰੇਗਾ, ਉੱਥੇ ਸੰਸਾਰ ਦੇ ਲੋਕ ਵੀ ਢਿੱਡ ਭਰਨਗੇ। ਕਿਰਸਾਨ ਦੀ ਦਿਲੀ ਭਾਵਨਾ ਹੁੰਦੀ ਹੈ ਕਿ ਕੋਈ ਭੁੱਖਾ ਨਾ ਸੋਵੇ। ਕਿਰਸਾਨੀ ਕਿਰਸਾਨ ਕਰੇ, ਲੋਚੈ ਜੀਉ ਲਾਏ, ਹਲ ਜੋਤੈ ਉਦਮ ਕਰੇ, ਮੇਰਾ ਪੁੱਤ ਧੀ ਖਾਏ। ਕਿਸਾਨ ਖੇਤੀ ਦਾ ਕੰਮ ਜੀ ਲਾ ਕੇ ਪੂਰੀ ਮਿਹਨਤ ਦੇ ਨਾਲ ਕਰਦਾ ਹੈ। ਹਲ ਵਾਹੁੰਦਾ ਹੈ, ਉਦਮ ਕਰਦਾ ਹੈ ਤੇ ਤਾਂਘ ਕਰਦਾ ਹੈ ਕਿ ਫਸਲ ਚੰਗਾ ਲੱਗੇ, ਤਾਂ ਜੋ ਮੇਰਾ ਪੁੱਤਰ ਖਾਏ, ਮੇਰੀ ਧੀ ਖਾਏ। ਕਿਰਸਾਨੀ ਦਾ ਪਿਛੋਕੜ ਜਿੰਨਾ ਪੁਰਾਣਾ ਮਨੁੱਖੀ ਸੱਭਿਅਤਾ ਦਾ ਇਤਿਹਾਸ ਹੈ, ਓਨਾ ਪੁਰਾਣਾ ਇਤਿਹਾਸ ਖੇਤੀ ਨਾਲ ਜੁੜਿਆ ਹੋਇਆ ਮਿਲਦਾ ਹੈ। ਮਨੁੱਖ ਨੇ ਪੇਟ ਦੀ ਅੱਗ ਬੁਝਾਉਣ ਲਈ ਤਰ੍ਹਾਂ ਤਰ੍ਹਾਂ ਦੀ ਖੇਤੀ ਕੀਤੀ ਹੈ। ਕਿਰਸਾਨ ਆਪਣੇ ਆਪ ਨੂੰ ਧਰਤੀ ਦਾ ਪੁੱਤ ਸਮਝਦਾ ਹੈ ਤੇ ਖੇਤੀ ਨੂੰ ਆਪਣੇ ਪੁੱਤਰਾਂ ਧੀਆਂ ਵਾਂਗ ਪਾਲਦਾ ਹੈ। ਬੜੀ ਆਸ ਦੇ ਨਾਲ ਫਸਲ ਬੀਜ ਕੇ ਪੱਕਣ ਲਈ ਉਡੀਕਦਾ ਹੈ। ਕਿਰਸਾਨ ਦੀਆਂ ਸਾਰੀਆਂ ਲੋੜਾਂ ਖੇਤੀ ਵਿੱਚੋਂ ਹੀ ਪੂਰੀਆਂ ਹੋਣੀਆਂ ਹਨ। ਦੁਨੀਆ ਦਾ ਸਾਰਾ ਕਾਰੋਬਾਰ ਕਿਰਸਾਨੀ ਨਾਲ ਜੁੜਿਆ ਹੋਇਆ ਹੈ। ਖੇਤੀ ਇੱਕ ਐਸਾ ਧੁਰਾ ਹੈ ਜਿਸ ਦੁਆਲੇ ਲੁਕਾਈ ਦੀਆਂ ਲੋੜਾਂ ਘੁੰਮਦੀਆਂ ਹਨ। ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਦੀ ਧਰਤੀ ਤੇ ਖੇਤੀ ਕਰਦਿਆਂ ਹਲ ਵਾਹਿਆ ਅਤੇ ਜੀਵਨ ਜੁਗਤੀ ਸਮਝਾਉਣ ਲਈ ਧਰਮਸ਼ਾਲ ਕਾਇਮ ਕੀਤੀ। ਆਪਣੇ ਜੀਵਨ ਕਾਲ ਵਿੱਚ ਵਿਚਰਦਿਆਂ ਲੋਕਾਂ ਦੀਆਂ ਪਾਣੀ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਾਇਆ। ਖੂਹਾਂ ਦਾ ਪ੍ਰਬੰਧ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਗੁਰੂ ਸਾਹਿਬ ਜੀ ਦੀ ਬਾਣੀ ਵਿੱਚੋਂ ਖੇਤੀ ਨਾਲ ਸੰਬੰਧਿਤ ਉਦਾਹਰਨਾਂ ਬਹੁਤ ਮਿਲ ਜਾਂਦੀਆਂ ਹਨ। ਅਕਬਰ ਬਾਦਸ਼ਾਹ ਜਦੋਂ ਗੋਇੰਦਵਾਲ ਸਾਹਿਬ ਆਇਆ ਤਾਂ ਉਸ ਨੇ ਗੁਰੂ ਅਮਰਦਾਸ ਜੀ ਨਾਲ ਸਮਾਜ ਦੇ ਭਲੇ ਲਈ ਡੂੰਘੀਆਂ ਵਿਚਾਰਾਂ ਕੀਤੀਆਂ। ਗੁਰੂ ਸਾਹਿਬ ਜੀ ਨੇ ਸਮਾਜ ਸੁਧਾਰ ਲਈ ਸਤੀ ਰਸਮ ਬੰਦ ਕਰਨ ਅਤੇ ਗੈਰ ਮੁਸਲਮਾਨਾਂ ਤੇ ਲੱਗੇ ਜਜ਼ੀਆ ਟੈਕਸ ਬੰਦ ਕਰਨ ਲਈ ਕਿਹਾ। ਕਿਰਸਾਨਾਂ ਦੇ ਭਲੇ ਲਈ ਗੁਰੂ ਅਮਰਦਾਸ ਜੀ ਨੇ ਅਕਬਰ ਬਾਦਸ਼ਾਹ ਕੋਲੋਂ ਕਿਰਸਾਨੀ ਮਾਮਲਾ 1 ਸਾਲ ਲਈ ਮੁਆਫ ਕਰਾਇਆ, ਕਿਉਂਕਿ
ਮੀਂਹ ਨਾ ਪੈਣ ਕਰਕੇ ਫਸਲਾਂ ਬਹੁਤ ਘੱਟ ਹੋਈਆਂ ਸਨ। ਗੁਰੂ ਅਰਜਨ ਪਾਤਸ਼ਾਹ ਜੀ ਨੇ ਕਿਰਸਾਨੀ ਦੀ ਸੰਭਾਲ ਲਈ ਖੂਹ ਲਵਾ ਕੇ ਦਿੱਤੇ। 6-6 ਮਾਲਾਂ, ਟਿੰਡਾਂ ਦੀ ਮਾਲਾਂ ਵਾਲੇ ਇਕੱਠੇ ਖੂਹ ਲਵਾਏ ਤਾਂ ਕਿ ਬਹੁਤਿਆਂ ਖੂਹਾਂ ਦੀ ਦੇਖਭਾਲ ਥੋੜੇ ਬੰਦਿਆਂ ਨਾਲ ਹੀ ਕੀਤੀ ਜਾ ਸਕੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਸਾਨੀ ਨੂੰ ਬੜਾਵਾ ਦੇਣ ਲਈ ਮਾਲਵੇ ਵਿੱਚ ਖੂਹਾਂ ਦਾ ਪ੍ਰਬੰਧ ਕੀਤਾ। ਦੁਨੀਆ ਤੇ ਉਦੋਂ ਇੱਕ ਨਵੇਂ ਇਨਕਲਾਬ ਨੇ ਜਨਮ ਲਿਆ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਜ਼ਾਹਰਿਆਂ ਨੂੰ ਜ਼ਮੀਨੀ ਹੱਕ ਦਿੱਤੇ। ਮਹਾਰਾਜਾ ਰਣਜੀਤ ਸਿੰਘ ਨੇ ਕਿਰਸਾਨਾਂ ਨੂੰ ਆਪਣੇ ਮਹੱਲਾਂ ਵਿੱਚ ਬੁਲਾ ਕੇ ਉਹਨਾਂ ਕੋਲੋਂ ਹੀ ਮੁਸ਼ਕਲਾਂ ਪੁੱਛੀਆਂ। ਜਿਵੇਂ ਜਿਵੇਂ ਕਿਰਸਾਨ ਆਪਣੀਆਂ ਮੁਸ਼ਕਲਾਂ ਦੱਸਦੇ ਗਏ, ਮਹਾਰਾਜਾ ਰਣਜੀਤ ਸਿੰਘ ਨਾਲ ਦੀ ਨਾਲ ਹੀ ਹੱਲ ਕਰਨ ਦੇ ਹੁਕਮ ਜਾਰੀ ਕਰੀ ਜਾਂਦਾ ਸੀ। ਜੇ ਮਹਾਰਾਜਾ ਦੇ ਰਾਜ ਵਿੱਚ ਕਾਲ ਪੈ ਜਾਂਦਾ ਹੈ ਤਾਂ ਆਪ ਦਾਣਿਆਂ ਦੀਆਂ ਪੰਡਾਂ ਚੁੱਕ ਕੇ ਆਪਣੀ ਪ੍ਰਜਾ ਦੇ ਘਰਾਂ ਵਿੱਚ ਛੱਡ ਕੇ ਆਉਂਦਾ ਸੀ। ਅੰਗਰੇਜ਼ਾਂ ਨੂੰ ਪੰਜਾਬੀਆਂ ਦੀ ਅੰਦਰਲੀ ਹਕੀਕਤ ਸਮਝ ਆਈ ਤਾਂ ਉਹਨਾਂ ਨੇ ਪੱਛਮੀ ਪੰਜਾਬ 12 ਵਿੱਚ ਕਿਸਾਨਾਂ ਨੂੰ ਜ਼ਮੀਨਾਂ ਦੇ ਕੇ ਖੇਤੀ ਵਿੱਚ ਨਵੀਂ ਕ੍ਰਾਂਤੀ ਲਿਆਂਦੀ। ਪੰਜਾਬ ਦੇ ਕਿਰਸਾਨਾਂ ਨੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਸਾਂਦਲੀ ਬਾਰ, ਗੰਜੀ ਬਾਰ ਅਤੇ ਨੀਲੀ ਬਾਰ ਨੂੰ ਆਬਾਦ ਕੀਤਾ। ਭਾਰਤ ਦੀ ਘਟੀਆ ਰਾਜਨੀਤੀ ਨੇ 1947 ਨੂੰ ਜਾਨ ਨਾਲੋਂ ਵੱਧ ਪਿਆਰੀਆਂ ਆਬਾਦ ਕੀਤੀਆਂ ਬਾਰਾਂ ਨੂੰ ਛੱਡਣਾ ਪਿਆ। ਪੱਛਮੀ ਪੰਜਾਬ ਦੀਆਂ ਬਾਰਾਂ ਵਾਲੀ ਉਪਜਾਊ ਜ਼ਮੀਨ ਛੱਡਣ ਦਾ ਦੁੱਖ ਅੱਜ ਵੀ ਬਜ਼ੁਰਗਾਂ ਦੀਆਂ ਝੁਰੜੀਆਂ ਤੋਂ ਪੜ੍ਹਿਆ ਜਾ ਸਕਦਾ ਹੈ। ਆਪਣੀ ਭੋਏ ਛੱਡਣ ਦੀ ਚੀਸ ਬਜ਼ੁਰਗ ਮਾਵਾਂ ਦੇ ਅਥਰੂਆਂ ਵਿੱਚੋਂ ਦੇਖੀਆਂ ਜਾ ਸਕਦੀਆਂ ਹਨ। ਸਰ ਛੋਟੂ ਰਾਮ ਨੇ ਕਿਰਸਾਨੀ ਦੀ ਹਵੇਲੀ ਤੇ ਬਲਦਾਂ ਦੀ ਜੋੜੀ ਨਿਲਾਮ ਹੋਣ ਤੋਂ ਬਚਾਉਣ ਲਈ ਕਾਨੂੰਨ ਵਿੱਚ ਸੋਧ ਕੀਤੀ। ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਕਿਰਸਾਨੀ ਦੀ ਬਿਹਤਰੀ ਲਈ ਮੁਰੱਬੇਬੰਦੀ ਕਰਕੇ ਸਿੱਕੇਬੰਦ ਕੰਮ ਕੀਤਾ। ਕਿਰਸਾਨੀ ਲਈ ਕਾਲੇ ਕਾਨੂੰਨ ਸੰਸਾਰ ਪੱਧਰ ਤੇ ਵੱਡੇ ਵਪਾਰੀ ਆਪਣਾ ਫਾਇਦਾ ਲੈਣ ਲਈ ਸਰਕਾਰਾਂ ਕੋਲੋਂ ਆਪਣੇ ਹੱਕ ਲਈ ਅਕਸਰ ਕਾਨੂੰਨ ਬਣਾਉਂਦੇ ਰਹਿੰਦੇ ਹਨ। ਕੋਵਿਡ-19 ਸਮੇਂ ਜਦੋਂ ਸਾਰਾ ਸੰਸਾਰ ਤਾਲਾਬੰਦੀ ਦੇ ਅਧੀਨ ਹੋ ਕੇ ਘਰਾਂ ਦੀਆਂ ਚਾਰ ਦੀਵਾਰੀਆਂ ਵਿੱਚ ਬੰਦ ਸੀ, ਵਪਾਰੀਆਂ ਨੇ ਦੇਖਿਆ ਕਿ ਬਾਕੀ ਸਾਰੇ ਖੇਤਰਾਂ ਨੂੰ ਤਾਲੇ ਲੱਗ ਗਏ ਹਨ। ਲੋਕਾਂ ਦਾ ਕਾਰਾਂ ਕੱਪੜਿਆਂ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ ਹੈ, ਪਰ ਰੋਟੀ ਤੋਂ ਬਿਨਾਂ ਕਿਸੇ ਦਾ ਵੀ ਗੁਜ਼ਾਰਾ ਨਹੀਂ ਹੋ ਸਕਦਾ। ਬੜੀ ਕਾਹਲ ਦੇ ਅਤੇ ਚਲਾਕੀ ਨਾਲ ਲੋਕ ਸਭਾ ਵਿੱਚ ਕਾਨੂੰਨ ਬਣਾਉਣ ਦੀ ਥਾਂ ਤੇ ਸਿੱਧੇ ਤੌਰ ਤੇ ਆਰਡੀਨੈਂਸ ਜਾਰੀ ਕਰ ਦਿੱਤੇ। ਭਾਰਤੀ ਜਨਤਾ ਪਾਰਟੀ ਜੋ ਕਿ ਮੌਜੂਦਾ ਸਰਕਾਰ ਹੈ ਦਾ ਲੋਕ ਸਭਾ ਵਿੱਚ ਬਹੁਮਤ ਹੋਣ ਕਰਕੇ ਇਹ ਬਿੱਲ ਪਾਸ ਕਰਨ ਵਿੱਚ ਕੋਈ ਦਿੱਕਤ ਨਹੀਂ ਆਈ। ਭਾਵੇਂ ਰਾਜ ਸਭਾ ਵਿੱਚ ਮੌਜੂਦਾ ਸਰਕਾਰ ਦੀ ਬਹੁ ਗਿਣਤੀ ਨਹੀਂ ਸੀ, ਫਿਰ ਵੀ ਹੱਥ ਖੜੇ ਕਰਕੇ ਇਹ ਖੇਤੀ ਲਈ ਕਾਲੇ ਕਾਨੂੰਨ ਪਾਸ ਕਰ ਦਿੱਤੇ ਗਏ। ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਕਾਨੂੰਨਾਂ ਨਾਲ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ, ਪਰ ਜਦੋਂ ਕਿਸਾਨਾਂ ਨੇ ਇਹਨਾਂ ਕਾਨੂੰਨਾਂ ਦੀ ਘੋਖ ਕੀਤੀ ਤਾਂ ਇਹ ਸਮਝਣ ਵਿੱਚ ਕੋਈ ਦੇਰ ਨਾ ਲੱਗੀ ਕਿ ਇਹ ਤਾਂ ਸਾਡੀ ਮੌਤ ਦੇ ਸਿੱਧੇ ਵਾਰੰਟ ਹਨ। ਸਭ ਤੋਂ ਅਹਿਮ ਸਵਾਲ ਇਹ ਹੈ ਕਿ ਇਹ ਖੇਤੀ ਕਾਨੂੰਨ ਸੁਧਾਰ ਲਈ ਸੰਵਿਧਾਨ ਅਨੁਸਾਰ ਸੂਬਿਆਂ ਦਾ ਹੱਕ ਹੈ, ਨਾ ਕਿ ਕੇਂਦਰ ਦੀ ਕੋਈ ਦਖਲ ਅੰਦਾਜ਼ੀ ਹੈ। ਦੂਸਰਾ, ਚੱਲ ਰਹੀ ਪ੍ਰਣਾਲੀ ਨੂੰ ਦਰਕਿਨਾਰ ਕਰਦਿਆਂ ਵਪਾਰਕ ਘਰਾਣਿਆਂ ਦੇ ਪ੍ਰਭਾਵ ਹੇਠ ਆ ਕੇ ਬਿਨਾਂ ਲਾਇਸੈਂਸ ਦੇ ਕੇਵਲ ਪੈਨ ਕਾਰਡ ਦੇ ਆਧਾਰ ਤੇ ਮੰਡੀਆਂ ਸਥਾਪਿਤ ਕਰਨ ਦੀ ਖੁੱਲ੍ਹ ਦੇ ਦਿੱਤੀ। ਘੱਟੋ ਘੱਟ ਸਮਰਥਨ ਮੁੱਲ ਦੀ ਕੋਈ ਗਰੰਟੀ ਨਹੀਂ ਰੱਖੀ ਗਈ। 23 ਫਸਲਾਂ ਤੇ MSP ਹੋਣ ਦੇ ਨਾਤੇ ਵੀ ਅਜੇ ਤੱਕ ਕੇਵਲ ਝੋਨੇ ਤੇ ਕਣਕ ਤੇ ਹੀ ਇਹ ਕਾਨੂੰਨ ਲਾਗੂ ਕੀਤਾ ਜਾਂਦਾ ਹੈ। ਕੋਈ ਵੀ ਵਪਾਰੀ ਸਮਰਥਨ ਮੁੱਲ ਨਾਲੋਂ
ਦੁੱਗਣੀ ਕੀਮਤ ਦੇ ਵੇਚ ਸਕਦਾ ਹੈ। ਫਿਰ ਖੇਤੀ ਕਿਸਾਨ ਆਪਣੀ ਕਿਸੇ ਸਮੱਸਿਆ ਦੇ ਹੱਲ ਲਈ SDM ਤੱਕ, ਫਿਰ DC ਤੱਕ ਚਾਰਾਜੋਈ ਕਰ ਸਕਦਾ ਹੈ। ਅਦਾਲਤ ਵਿੱਚ ਕਿਸਾਨ ਕੋਈ ਚਾਰਾਜੋਈ ਨਹੀਂ ਕਰ ਸਕਦਾ। ਵਪਾਰੀ ਠੇਕੇ ਤੇ ਜ਼ਮੀਨ ਲੈ ਕੇ ਉਸ ਤੇ ਕਰਜ਼ਾ ਚੁੱਕ ਕੇ ਕਹਿ ਸਕਦਾ ਹੈ ਕਿ ਮੈਨੂੰ ਘਾਟਾ ਪੈ ਗਿਆ। ਫਿਰ ਇਹ ਕਰਜ਼ਾ ਕਿਸਾਨ ਨੂੰ ਹੀ ਤਾਰਨਾ ਪਏਗਾ। ਵਪਾਰੀਆਂ ਵੱਲੋਂ ਸਥਾਪਿਤ ਕੀਤੀਆਂ ਮੰਡੀਆਂ ਵਿੱਚ ਕਿਸਾਨ ਆਪਣੀ ਫਸਲ ਲੈ ਕੇ ਜਾਏਗਾ ਤਾਂ ਵਪਾਰੀ ਮਰਜ਼ੀ ਦਾ ਮੁੱਲ ਤੈਅ ਕਰੇਗਾ। ਮਰਦਾ ਕੀ ਨਾ ਕਰਦਾ ਦੇ ਮੁਹਾਵਰੇ ਅਨੁਸਾਰ ਕਿਸਾਨ ਮਜਬੂਰੀ ਵਸ ਸਸਤੇ ਭਾਅ ਆਪਣੀ ਫਸਲ ਵੇਚ ਜਾਏਗਾ। ਵਪਾਰੀ ਕਿਸਾਨ ਦਾ ਕਦੇ ਵੀ ਫਾਇਦਾ ਨਹੀਂ ਕਰੇਗਾ, ਸਗੋਂ ਇਹ ਸਾਬਤ ਕਰੇਗਾ ਕਿ ਫਸਲ ਦੀ ਕੁਆਲਿਟੀ ਵਧੀਆ ਨਹੀਂ ਹੈ, ਇਸ ਲਈ ਇਸ ਦਾ ਮੁੱਲ ਇੰਨਾ ਕੁ ਹੀ ਪੈਣਾ ਹੈ। ਕਿਸਾਨ ਵਪਾਰੀ ਦੀ ਮਨਸ਼ਾ ਦੇ ਅਨੁਸਾਰ ਫਸਲ ਵੇਚਣ ਲਈ ਮਜਬੂਰ ਹੋਵੇਗਾ। ਕੇਂਦਰੀ ਸਰਕਾਰ ਆਖਦੀ ਹੈ ਕਿ ਕਿਸਾਨ ਦੀ ਆਮਦਨ ਦੂਣੀ ਹੋ ਜਾਏਗੀ, ਪਰ ਇਹ ਨਹੀਂ ਦੱਸਦੇ ਕਿ ਤੁਹਾਡੀ ਫਸਲ ਦੁਆਰਾ ਵਪਾਰੀ ਦੀ ਆਮਦਨ 4 ਗੁਣਾ ਵੱਧ ਜਾਏਗੀ। ਕਿਸਾਨਾਂ ਨੂੰ ਆਮਦਨ ਦਾ ਫਾਇਦਾ ਦੱਸ ਕੇ ਉਸ ਦੀ ਜ਼ਮੀਨ ਹਥਿਆਉਣ ਦਾ ਇੱਕ ਯਤਨ ਕੀਤਾ ਜਾ ਰਿਹਾ ਹੈ। ਜਦੋਂ ਦੀ ਮੌਜੂਦਾ ਸਰਕਾਰ ਹੋਂਦ ਵਿੱਚ ਆਈ ਹੈ, ਇਹ ਉਦੋਂ ਤੋਂ ਹੀ ਵਪਾਰੀਆਂ ਨੂੰ ਫਾਇਦਾ ਦੇਣ ਵਿੱਚ ਜੁਟੀ ਹੋਈ ਹੈ। ਆਪਣੀ ਮਰਜ਼ੀ ਨਾਲ ਹੀ ਕਹਿ ਦਿੱਤਾ ਕਿ ਅੱਜ ਰਾਤ ਨੂੰ 8 ਵਜੇ ਭਾਰਤ ਦੀ ਸਾਰੀ ਕਰੰਸੀ ਰੱਦ ਕੀਤੀ ਜਾਂਦੀ ਹੈ ਤੇ ਨਵੀਂ ਕਰੰਸੀ ਆਉਣ ਲਈ ਕੁਝ ਸਮਾਂ ਲੱਗੇਗਾ। ਵਿਚਾਰੇ ਲੋਕ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਵਿੱਚ ਲੱਗ ਕੇ ਆਪਣੀ ਹੋਣੀ ਤੇ ਰੋ ਰਹੇ ਸਨ। ਆਪਣੀ ਨਾਗਰਿਕਤਾ ਸਿੱਧ ਕਰਨ ਲਈ ਪ੍ਰਮਾਣ ਪੱਤਰ ਦੇਣ ਵਾਲਾ ਕਾਨੂੰਨ ਬਣਾਇਆ, ਅਜੇ ਲਾਗੂ ਨਹੀਂ ਹੋਇਆ। ਇਹ ਕਾਨੂੰਨ ਖੱਜਲ ਖੁਆਰੀ ਤੋਂ ਬਿਨਾਂ ਕੁਝ ਵੀ ਨਹੀਂ। ਜੰਮੂ ਕਸ਼ਮੀਰ ਵਿੱਚੋਂ 370 ਧਾਰਾ ਹਟਾ ਕੇ ਇਸ ਨੂੰ 3 ਕੇਂਦਰੀ ਹਿੱਸਿਆਂ ਵਿੱਚ ਵੰਡ ਦਿੱਤਾ। ਜੰਮੂ ਕਸ਼ਮੀਰ ਵਿੱਚੋਂ ਪੰਜਾਬੀ ਭਾਸ਼ਾ ਨੂੰ ਉਡਾ ਦੇਣਾ ਕੋਈ ਭਲਮਾਨਸੀ ਵਾਲਾ ਕਰਮ ਨਹੀਂ ਹੈ। ਕੇਂਦਰੀ ਸਰਕਾਰ ਦੀ ਧੱਕੇਸ਼ਾਹੀ ਦੇ ਵਿਰੋਧ ਵਿੱਚ ਪੰਜਾਬ ਦੀਆਂ 31 ਜਥੇਬੰਦੀਆਂ ਨੇ ਬੜੀ ਸਫਲਤਾ ਦੇ ਨਾਲ ਰੇਲ ਰੋਕੋ ਪ੍ਰੋਗਰਾਮ ਨਿਭਾਇਆ, ਪਰ ਕੇਂਦਰੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ। ਅੱਕ ਕੇ ਸਾਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਨੂੰ ਘੇਰਨ ਦਾ ਪ੍ਰੋਗਰਾਮ ਦਿੱਤਾ। ਹਰਿਆਣੇ ਦੀ ਖੱਟੜ ਸਰਕਾਰ ਨੇ ਥਾਂ-ਥਾਂ ਰੋਕਾਂ ਲਗਾ ਕੇ ਇਸ ਮੁਹਿੰਮ ਨੂੰ ਰੋਕਣ ਦਾ ਯਤਨ ਕੀਤਾ, ਪਰ ਉਹ ਕਾਮਯਾਬ ਨਾ ਹੋਇਆ। ਅਖੀਰ ਨੂੰ ਪੰਜਾਬ ਦੇ ਕਿਸਾਨਾਂ ਦਾ ਸਾਥ ਦੇਣ ਲਈ ਭਾਰਤ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦਿੱਲੀ ਪਹੁੰਚਣੀਆਂ ਸ਼ੁਰੂ ਹੋ ਗਈਆਂ। ਜਦੋਂ ਪੰਜਾਬ ਦੇ ਕਿਸਾਨਾਂ ਨੇ ਰੇਲ ਰੋਕ ਪ੍ਰੋਗਰਾਮ ਸ਼ੁਰੂ ਕੀਤਾ, ਕੇਂਦਰੀ ਸਰਕਾਰ ਨੇ ਕੋਈ ਗੱਲ ਯੋਗ ਨਹੀਂ ਸਮਝੀ। ਸਿਰਫ ਆਪਣੇ ਅਫਸਰਾਂ ਨੂੰ ਕਿਸਾਨਾਂ ਨਾਲ ਗੱਲ ਕਰਨ ਲਈ ਕਹਿਆ। ਜਦੋਂ ਕਿਸਾਨਾਂ ਨੇ ਮੁੱਦੇ ਉਠਾਏ ਤਾਂ ਉਹਨਾਂ ਅਫਸਰਾਂ ਕਿਹਾ, ਇਹ ਤਾਂ ਸਾਡੇ ਵੱਸ ਵਿੱਚ ਹੀ ਨਹੀਂ ਹਨ। ਭਾਰਤ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਦਿੱਲੀ ਨੂੰ ਬੜੇ ਯੋਜਨਾਬੱਧ ਨਾਲ ਘੇਰਿਆ। ਪੂਰੇ ਸ਼ਾਂਤਮਈ ਢੰਗ ਤਰੀਕੇ ਨਾਲ ਇਹ ਸੰਘਰਸ਼ ਚੱਲ ਰਿਹਾ ਹੈ। ਇੱਕ ਵਿਚਾਰਵਾਨ ਨੇ ਬੜਾ ਖੂਬਸੂਰਤ ਲਿਖਿਆ ਹੈ, ਕਿਰਸਾਨੀ ਸੰਘਰਸ਼ ਦੀਆਂ ਅਦਭੁਤ ਗੱਲਾਂ। ਕਿਰਸਾਨ ਸੰਘਰਸ਼ ਦੀਆਂ ਅਦਭੁਤ ਗੱਲਾਂ। ਦੁਨੀਆ ਦਾ ਪਹਿਲਾ ਕਿਰਸਾਨ ਅੰਦੋਲਨ, ਜਿਸ ਵਿੱਚ ਬਹੁਤ ਕੁਝ ਪਹਿਲੀ ਵਾਰ ਵਾਪਰਿਆ ਜੋ ਪਹਿਲਾਂ ਕਦੇ ਨਹੀਂ ਵਾਪਰਿਆ। ਦੁਨੀਆ ਦਾ ਪਹਿਲਾ ਅੰਦੋਲਨ ਜਿਸ ਨੂੰ ਸ਼ੁਰੂ ਜਥੇਬੰਦੀਆਂ ਨੇ ਕੀਤਾ ਤੇ ਚਲਾ ਇਸ ਨੂੰ ਲੋਕ ਰਹੇ ਹਨ। ਇਸ ਦੀ ਵਾਗਡੋਰ ਲੀਡਰਾਂ ਦੇ ਹੱਥ ਵਿੱਚ ਨਹੀਂ, ਲੋਕਾਂ ਦੇ ਹੱਥ ਵਿੱਚ ਹੈ। ਇਸ ਦਾ ਫੈਸਲਾ ਵੀ ਲੀਡਰ ਨਹੀਂ, ਲੋਕ ਹੀ ਕਰਨਗੇ। ਪਹਿਲੀ ਵਾਰ ਇਹ ਅੰਦੋਲਨ ਕਿਸੇ ਸਿਆਸੀ ਲੀਡਰਸ਼ਿਪ ਤੋਂ ਬਿਨਾਂ ਚੱਲ ਰਿਹਾ, ਜਿਸ ਵਿੱਚ ਕਿਸੇ ਸਿਆਸੀ ਲੀਡਰ ਨੂੰ ਸਟੇਜ ਤੇ ਨਾ ਬੋਲਣ ਦਿੱਤਾ ਗਿਆ ਹੋਵੇ। ਪਹਿਲੀ ਵਾਰ ਕਿਸਾਨੀ ਅੰਦੋਲਨ ਵਿੱਚ ਬਜ਼ੁਰਗਾਂ ਦਾ ਹੋਸ਼ ਅਤੇ ਜਵਾਨਾਂ ਦਾ ਜੋਸ਼ ਆਪਸੀ ਤਾਲਮੇਲ ਨਾਲ ਚੱਲ ਰਿਹਾ ਹੋਵੇ। ਪਹਿਲੀ ਵਾਰ
ਇੰਨੀ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਇਕੱਠ ਜਾਬਤੇ ਵਿੱਚ ਰਿਹਾ ਹੋਵੇ, ਕਿਤੇ ਵੀ ਕੋਈ ਵੀ ਕਿਸੇ ਕਿਸਮ ਦੀ ਭੰਨ ਤੋੜ ਨਾ ਹੋਈ ਹੋਵੇ, ਸਰਕਾਰੀ ਪ੍ਰਾਪਰਟੀ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਨਾ ਕੀਤਾ ਗਿਆ ਹੋਵੇ, ਕੋਈ ਵੀ ਲੜਾਈ ਝਗੜਾ ਨਾ ਹੋਇਆ ਹੋਵੇ। ਪਹਿਲੀ ਵਾਰ ਸਰਕਾਰ ਨੇ ਖੁਦ ਸਰਕਾਰੀ ਅਤੇ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਜ਼ਾਹਰਾ ਤੌਰ ਤੇ ਆਪ ਕੀਤਾ ਹੋਵੇ। ਨੈਸ਼ਨਲ ਹਾਈਵੇ ਤਹਿਸ ਨਹਿਸ ਕੀਤਾ ਹੋਵੇ, 20-20 ਫੁੱਟ ਡੂੰਘੇ ਟੋਏ ਪੁੱਟੇ ਹੋਣ। ਪਹਿਲੀ ਵਾਰ ਅੰਦੋਲਨਕਾਰੀਆਂ ਨੂੰ ਰੋਕਣ ਲਈ 7-7 ਲੇਅਰ ਦੀ ਬੈਰੀਕੇਡਿੰਗ ਕੀਤੀ ਗਈ ਹੋਵੇ, ਮਿੱਟੀ ਦੇ ਪਹਾੜ ਖੜੇ ਕੀਤੇ ਗਏ ਹੋਣ, ਸਰਕਾਰੀ ਅਤੇ ਗੈਰ ਸਰਕਾਰੀ ਵਹੀਕਲ ਵੱਡੀ ਗਿਣਤੀ ਵਿੱਚ ਰਸਤਾ ਰੋਕਣ ਲਈ ਇਸਤੇਮਾਲ ਕੀਤੇ ਹੋਣ। ਪਹਿਲੀ ਵਾਰ ਇੰਨੀ ਭਾਰੀ ਬੈਰੀਕੇਡਿੰਗ ਨੂੰ ਨੌਜਵਾਨਾਂ ਵੱਲੋਂ ਜਾਬਤੇ ਵਿੱਚ ਰਹਿੰਦੇ ਹੋਏ ਕੁਝ ਮਿੰਟਾਂ ਵਿੱਚ ਹੀ ਹਟਾਇਆ ਗਿਆ ਹੋਵੇ। ਟਨਾਂ ਭਾਰੇ ਪੱਥਰਾਂ ਨੂੰ, ਜਿਨ੍ਹਾਂ ਨੂੰ ਕਰੇਨਾਂ ਨਾਲ ਰੱਖਿਆ ਗਿਆ ਹੋਵੇ ਤੇ ਹੱਥਾਂ ਨਾਲ ਪਾਸੇ ਕੀਤਾ ਗਿਆ ਹੋਵੇ, ਫੋਰਸਾਂ ਤੇ ਕੋਈ ਹਮਲਾ ਨਾ ਕੀਤਾ ਗਿਆ ਹੋਵੇ। ਪਹਿਲੀ ਵਾਰ ਇੱਕ ਇਲਾਕੇ ਤੋਂ ਸ਼ੁਰੂ ਹੋਇਆ ਅੰਦੋਲਨ ਇੰਨੇ ਘੱਟ ਸਮੇਂ 'ਚ ਦੇਸ਼ ਵਿਆਪੀ ਅੰਦੋਲਨ ਬਣਿਆ ਹੋਵੇ ਤੇ ਬਹੁਤ ਵੱਡੀ ਕੌਮਾਂਤਰੀ ਸਪੋਰਟ ਇਸ ਨੂੰ ਮਿਲੀ ਹੋਵੇ। ਪਹਿਲੀ ਵਾਰ ਅੰਦੋਲਨਕਾਰੀਆਂ ਨੇ ਕੋਈ ਕਾਨੂੰਨ ਨਹੀਂ ਤੋੜਿਆ, ਪਰ ਸਰਕਾਰ ਨੇ ਵਾਰ-ਵਾਰ ਗੈਰ ਕਾਨੂੰਨੀ ਕਾਰਵਾਈਆਂ ਕੀਤੀਆਂ। ਪਹਿਲੀ ਵਾਰ ਕਿਸੇ ਅੰਦੋਲਨ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਸ਼ਾਮਲ ਹੋਈਆਂ ਹੋਣ ਤੇ ਉਹਨਾਂ ਨੂੰ ਰਹਿਣ ਲਈ, ਵਸੇਰੇ ਲਈ ਵਰਤਿਆ ਗਿਆ ਹੋਵੇ। ਪਹਿਲੀ ਵਾਰ ਕਿਸੇ ਮੋਰਚੇ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਅੰਦੋਲਨਕਾਰੀਆਂ ਵੱਲੋਂ ਇੱਕੋ ਥਾਂ ਆਪ ਲਿਆਂਦੀਆਂ ਗਈਆਂ ਹੋਣ ਅਤੇ ਖਾਣ ਪੀਣ ਤੋਂ ਲੈ ਕੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ, ਮਸਾਜ ਮਸ਼ੀਨਾਂ, ਗਰਮ ਕੱਪੜਿਆਂ, ਵੰਡ, ਟੂਥਪੇਸਟ, ਦਾਤਨਾ, ਦੰਦਾਂ ਦਾ ਚੈੱਕਅਪ, ਜਿਮ, ਹਰ ਚੀਜ਼ ਮਿਲਦੀ ਹੋਵੇ ਤੇ ਸਭ ਲਈ ਹੋਵੇ, ਚਾਹੇ ਉਹ ਅੰਦੋਲਨ ਦਾ ਹਿੱਸਾ ਹੈ ਚਾਹੇ ਨਹੀਂ ਹੈ। ਪਹਿਲੀ ਵਾਰ 1947 ਤੋਂ ਬਾਅਦ ਦੇਸ਼ ਭਰ ਦੀਆਂ 500 ਦੇ ਕਰੀਬ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਹੋਣ। ਪਹਿਲੀ ਵਾਰ ਅੰਦੋਲਨ ਲਈ ਹਰ ਮਜ਼ਹਬ, ਹਰ ਧਰਮ, ਹਰ ਖਿੱਤੇ ਦੇ ਲੋਕਾਂ ਦਾ ਤੇ ਹਜ਼ਾਰਾਂ ਧਾਰਮਿਕ ਸਮਾਜਿਕ ਜਥੇਬੰਦੀਆਂ, ਸੰਤ ਮਹਾਤਮਾ, ਟਰੇਡ ਯੂਨੀਅਨਾਂ, ਫਿਲਮਕਾਰਾਂ, ਕਲਾਕਾਰਾਂ, ਗੀਤਕਾਰਾਂ, ਕਲਮਕਾਰਾਂ, ਅਦਾਕਾਰਾਂ, ਪੱਤਰਕਾਰਾਂ, ਦੁਕਾਨਦਾਰਾਂ, ਕਾਰਖਾਨੇਦਾਰਾਂ, ਵਿਦਿਆਰਥੀਆਂ, ਸਰਕਾਰੀ ਤੇ ਗੈਰ ਸਰਕਾਰੀ ਮੁਲਾਜ਼ਮਾਂ ਦਾ ਸਮਰਥਨ ਇਸ ਨੂੰ ਮਿਲਿਆ ਹੋਵੇ। ਪਹਿਲੀ ਵਾਰ ਵਕੀਲਾਂ, ਜੱਜਾਂ, ਡਿਊਟੀ ਤੇ ਤਾਇਨਾਤ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਸਿੱਧੇ ਰੂਪ ਵਿੱਚ ਸਰਕਾਰ ਨੂੰ ਚੇਤਾਵਨੀ ਦਿੱਤੀ ਹੋਵੇ ਤੇ ਅੰਦੋਲਨ ਦਾ ਸਮਰਥਨ ਕੀਤਾ ਹੋਵੇ। ਪਹਿਲੀ ਵਾਰ ਨਿਹੰਗ ਸਿੰਘ ਜਥੇਬੰਦੀਆਂ ਅੰਦੋਲਨਕਾਰੀਆਂ ਦੇ ਲਈ ਆਪਣਾ ਦਲ ਬਲ ਲੈ ਕੇ ਉਹਨਾਂ ਦੀ ਢਾਲ ਬਣ ਕੇ ਪੁਲਿਸ ਦੇ ਸਾਹਮਣੇ ਖੜੇ ਹੋਣ। ਪਹਿਲੀ ਵਾਰ ਸਰਕਾਰ ਵੱਲੋਂ ਹਿੰਦੂ ਮੁਸਲਿਮ, ਹਿੰਦੂ ਸਿੱਖ ਨਫ਼ਰਤ ਫੈਲਾਉਣ ਵਾਲਾ ਚੱਕਰਵਿਊਹ ਫੇਲ ਹੋਇਆ ਹੋਵੇ। ਪਹਿਲੀ ਵਾਰ ਇਸ ਅੰਦੋਲਨ ਨੇ ਗੋਦੀ ਮੀਡੀਆ, ਨੈਸ਼ਨਲ ਮੀਡੀਆ ਦੇ ਕੂੜ ਪ੍ਰਚਾਰ ਦਾ ਮੂੰਹ ਤੋੜ ਜਵਾਬ ਦੇਣ ਲਈ ਸੋਸ਼ਲ ਮੀਡੀਆ ਨੇ ਅਹਿਮ ਰੋਲ ਅਦਾ ਕੀਤਾ ਤੇ ਮੋਰਚੇ ਨੂੰ ਕੌਮਾਂਤਰੀ ਪਹਿਚਾਣ ਤੱਕ ਪਹੁੰਚਾਇਆ। ਪਹਿਲੀ ਵਾਰ ਚੱਲਦੇ ਅੰਦੋਲਨ ਵਿੱਚ ਨਵੇਂ ਅਖਬਾਰ, ਟਰਾਲੀ ਟਾਈਮਜ਼ ਦੀ ਸ਼ੁਰੂਆਤ ਹੋਈ ਹੋਵੇ, ਕਈ ਹੋਰ ਚੈਨਲਾਂ ਦੀ ਸ਼ੁਰੂਆਤ ਹੋਈ ਹੋਵੇ। ਪਹਿਲੀ ਵਾਰ ਲੱਗੇ ਹੋਏ ਮੋਰਚੇ ਵਿੱਚ 36 ਪ੍ਰਕਾਰ ਦੇ ਭੋਜਨ ਲੰਗਰਾਂ ਵਿੱਚ ਵਰਤਾਏ ਜਾਂਦੇ ਹੋਣ। ਸਥਾਨਕ ਲੋਕ ਵੱਡੀ ਗਿਣਤੀ 'ਚ ਆ ਕੇ ਲੰਗਰ ਛਕਦੇ ਹੋਣ। ਵਾਹਿਗੁਰੂ ਕਿਰਪਾ ਕਰੇ ਇਸ ਸੰਘਰਸ਼ ਵਿੱਚ ਸ਼ਾਮਲ ਹਰ ਬਸ਼ਰ ਨੂੰ ਸਬਰ, ਸੰਤੋਖ, ਹੌਸਲਾ ਤੇ ਸੱਚ ਹੱਕ ਲਈ ਲੜਨ ਦੀ ਸਮਰੱਥਾ ਬਖਸ਼ੇ ਤੇ ਫਤਿਹ ਬਖਸ਼ੇ। ਭਾਵ ਆਤਮਿਕ ਗੱਲਾਂ
ਕਿਰਸਾਨੀ ਸੰਘਰਸ਼ ਨੇ ਸਿੱਖੀ ਇਤਿਹਾਸ ਨੂੰ ਦੁਹਰਾਇਆ ਹੈ। ਕਾਹਨੂੰਵਾਨ ਦਾ ਛੰਭ, ਵੱਡਾ ਘੱਲੂਘਾਰਾ, ਘੋੜਿਆਂ ਦੀਆਂ ਕਾਠੀਆਂ, ਠੰਡੇ ਬੁਰਜ ਦੀਆਂ ਬਾਤਾਂ, ਚਮਕੌਰ ਦੀ ਜੂਹ, ਬਾਬਾ ਬੰਦਾ ਸਿੰਘ ਬਹਾਦਰ ਵੱਲੋਂ 4 ਸਾਲ ਦੇ ਪੁੱਤਰ ਨੂੰ ਪੱਟਾਂ ਤੇ ਰੱਖ ਕੇ ਸ਼ਹੀਦ ਕਰਾਉਣ ਵਾਲੀ ਗਾਥਾ ਨੂੰ ਆਪਣੇ ਵਿਰਸੇ ਨੂੰ ਦੁਹਰਾਉਂਦੀ ਹੈ। ਇਸ ਸੰਘਰਸ਼ ਵਿੱਚੋਂ ਆਪਣੇ ਗੁਰੂ ਪ੍ਰਤੀ ਸ਼ਰਧਾ, ਵਿਸ਼ਵਾਸ, ਸਿੱਖੀ ਸਿਦਕ ਦੀਆਂ ਝਲਕਾਂ ਥਾਂ-ਥਾਂ ਦੇਖਣ ਨੂੰ ਮਿਲੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ, ਛੋਟੇ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਈ ਦਿਨ ਯਾਦ ਕੀਤਾ ਜਾਂਦਾ ਰਿਹਾ ਹੈ। ਇੱਕ ਨਗਰ ਵਿੱਚੋਂ ਸਿੰਘ ਉਗਰਾਹੀ ਲੈਣ ਲਈ ਜਾਂਦੇ ਨੇ। ਵਿਚਾਰਾ ਮੋਚੀ ਦਾ ਕੰਮ ਕਰਨ ਵਾਲਾ ਸਾਰੇ ਦਿਨ ਦੀ ਮਜ਼ਦੂਰੀ ਲੰਗਰ ਵਿੱਚ ਪਾਉਣ ਲਈ ਅੱਗੇ ਆਉਂਦਾ ਹੈ। ਉਸ ਦਾ 1 ਰੁਪਈਆ ਰੱਖ 500 ਰੁਪਏ ਵਾਪਸ ਕੀਤੇ ਜਾਂਦੇ ਹਨ। ਨਾਲ ਦੇ ਨਾਲ ਆਟੇ ਦਾ ਤੋੜਾ ਚੁਕਾਇਆ ਜਾਂਦਾ ਹੈ। ਰਾਤ ਨੂੰ ਸੇਵਾਦਾਰ ਕੰਬਲ ਵੰਡਣ ਜਾਂਦੇ ਨੇ। ਬਜ਼ੁਰਗ ਬਾਬਾ ਅੱਧੋ ਰਾਣੇ ਕੰਬਲ ਵਿੱਚ ਪਿਆ ਹੈ। ਉਸ ਨੂੰ ਕੰਬਲ ਲੈਣ ਲਈ ਕਿਹਾ ਤਾਂ ਅੱਗੋਂ ਆਖਦਾ ਹੈ, ਮੇਰੇ ਪੁੱਤਰੋ, ਮੇਰੇ ਪਾਸ ਹੈ, ਕਿਸੇ ਹੋਰ ਲੋੜਵੰਦ ਨੂੰ ਦੇ ਦਿਓ। ਸੜਕ ਤੇ ਰਹਿਣ ਬਸੇਰਾ ਕਰ ਰਹੇ ਟਰਾਲੀ ਵਾਲਿਆਂ ਹਰਿਆਣੇ ਵਾਲੇ ਵੀਰਾਂ ਤੋਂ ਪਾਣੀ ਮੰਗਿਆ ਤਾਂ ਅੱਗੋਂ ਆਖਦੇ ਹਨ, ਅਸੀਂ ਦੇਸੀ ਘਿਓ ਇਕੱਠਾ ਕਰ ਰਹੇ ਹਾਂ, ਉਹ ਲੈ ਕੇ ਆ ਰਹੇ ਹਾਂ। ਉਹ ਕਹਿੰਦੇ, ਨਹੀਂ ਭਾਈ, ਪਾਣੀ ਚਾਹੀਦਾ ਹੈ। ਤਾਂ ਕਹਿੰਦੇ, ਉਸ ਦੀ ਵੀ 1 ਟਰਾਲੀ ਲੈ ਕੇ ਆਵਾਂਗੇ। ਹੁਣ ਤੱਕ ਕਈ ਕਿਰਸਾਨ ਇਸ ਸੰਘਰਸ਼ ਵਿੱਚ ਆਪਣੀਆਂ ਜਾਨਾਂ ਗਵਾ ਚੁੱਕੇ ਹਨ, ਪਰ ਕਿਸੇ ਵੀ ਪਰਿਵਾਰ ਨੇ ਹਾਰ ਨਹੀਂ ਮੰਨੀ ਤੇ ਨਾ ਹੀ ਕੋਈ ਗਿਲਾ ਕੀਤਾ ਹੈ। ਜੀਰੇ ਤੋਂ ਇੱਕ ਕਿਰਤੀ ਸਾਈਕਲ ਤੇ ਜਾ ਰਿਹਾ ਹੈ ਤਾਂ ਉਸ ਨੂੰ ਪੁੱਛਿਆ, ਕਿੱਥੇ ਜਾ ਰਿਹਾ ਹੈ? ਤਾਂ ਅੱਗੋਂ ਕਹਿੰਦਾ, ਮੈਂ ਗੁਰੂ ਨਾਨਕ ਸਾਹਿਬ ਨੂੰ ਦੇਖਣ ਜਾ ਰਿਹਾ ਹਾਂ। ਅਸੀਂ ਭਾਰਤ ਦੀ ਕੇਂਦਰੀ ਸਰਕਾਰ ਨੂੰ ਪੁਰਜ਼ੋਰ ਸ਼ਬਦਾਂ ਵਿੱਚ ਸੁਨੇਹਾ ਦਿੰਦੇ ਹਾਂ ਕਿ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਕੇ ਲੋਕਤੰਤਰ ਨੂੰ ਬਚਾਇਆ ਜਾਵੇ। ਭਾਰਤ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਸੁਨੇਹਾ ਦਿੰਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਲੋਕਤੰਤਰ ਨੂੰ ਢਾਹ ਲਾਈ ਜਾ ਰਹੀ ਹੈ, ਉਸ ਦੇ ਬਚਾਅ ਲਈ ਤੁਹਾਨੂੰ ਅੱਗੇ ਆਉਣਾ ਚਾਹੀਦਾ ਹੈ। ਆਮ ਆਵਾਮ ਨੂੰ ਵੀ ਬੇਨਤੀ ਹੈ ਕਿ ਸ਼ਾਂਤਮਈ ਢੰਗ ਤਰੀਕੇ ਦੇ ਨਾਲ ਕਿਰਸਾਨਾਂ ਨੂੰ ਆਪਣਾ ਸਹਿਯੋਗ ਦੇਵੋ ਤਾਂ ਕਿ ਬੋਲੀ ਅਤੇ ਬਹਿਰੀ ਸਰਕਾਰ ਕੁੰਭਕਰਨੀ ਦੀ ਨੀਂਦ ਵਿੱਚੋਂ ਜਾਗ ਉੱਠੇ। ਕਿਰਸਾਨੀ ਸੰਘਰਸ਼ ਨੇ ਆਗੂਆਂ ਨੇ ਬਹੁਤ ਹੀ ਸੂਝ-ਬੂਝ ਨਾਲ ਇਸ ਸਾਰੇ ਅੰਦੋਲਨ ਨੂੰ ਚਲਾਇਆ ਹੈ। ਅਸੀਂ ਉਹਨਾਂ ਨੂੰ ਵਧਾਈ ਦਿੰਦੇ ਹਾਂ। ਨੌਜਵਾਨ ਵੀਰ ਜਿਸ ਸ਼ਿੱਦਤ, ਸਿਰੜ ਤੇ ਤਹੰਮਲ ਨਾਲ ਸਾਰੀਆਂ ਸੇਵਾਵਾਂ ਨਿਭਾ ਰਹੇ ਹਨ, ਉਹ ਬਹੁਤ ਹੀ ਕਾਬਲੇ ਤਾਰੀਫ ਹਨ। ਇਸ ਸੰਘਰਸ਼ ਨੇ ਪੰਜਾਬ ਅਤੇ ਹਰਿਆਣੇ ਦੇ ਭਾਈਚਾਰਕ ਸੰਬੰਧਾਂ ਵਿੱਚ ਜਿਹੜੀ ਮਿਠਾਸ ਬੀਜੀ ਹੈ, ਉਹ ਬਿਆਨ ਨਹੀਂ ਕੀਤੀ ਜਾ ਸਕਦੀ, ਸਿਰਫ ਮਾਣੀ ਜਾ ਸਕਦੀ ਹੈ। ਸਾਰੇ ਭਾਰਤ ਦੇ ਕਿਰਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਸਾਂਝਾ ਮੁਹਾਜ਼ ਖੜਾ ਹੋਇਆ ਹੈ। ਮਾਣ ਇਸ ਗੱਲ ਦਾ ਹੈ ਕਿ ਇਸ ਸਾਰੇ ਦੀ ਅਗਵਾਈ ਪੰਜਾਬ ਕਰ ਰਿਹਾ ਹੈ। ਲੇਖਕ ਪ੍ਰਿੰਸੀਪਲ ਗੁਰਬਚਨ ਸਿੰਘ ਪਨਵਾ। ਹੋਈ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।